ਜਦ ਦਿਲ ਵਿੱਚ ਹੋਵੇ ਚਾਹਤ ਮੂਲ ਦੇ ਵਸਲ ਦੀ, ਤਦ ਕਾਸ਼ਤ ਕਰੀਏ ਕਾਇਆ ਭੀਤਰ ਫਸਲ ਦੀ। ਗੁਣ ਵਿਹਾਜ ਕਰ ਸੰਗ ਗੁਣਾਂ ਦਾ, ਅਮਨ ਤਲਾਸ਼ ਕਰੀਏ ਨਾਤੇ ਅਸਲ ਦੀ, ਤਲਾਸ਼ ਕਰੀਏ ਨਾਤੇ ਅਸਲ ਦੀ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਜੋ ਅੱਜ ਬੋਲਣ ਦਾ ਪਹਿਲੂ ਹੈ ਉਹ ਹੈ ਵਸਲ ਦਾ ਫਲ। ਗੁਰੂ ਗੁਰਬਾਣੀ ਦੇ ਅਧਿਐਨ ਵਿੱਚ ਲੱਗੇ ਰੱਬੀ ਇਲਹਾਮ ਕਲਾਮ ਦੀ ਰਹਿਨੁਮਾਈ 'ਚ ਜੀਵਨ ਬਸਰ ਕਰਦੇ ਇਨਸਾਨ ਇਹੀ ਗੱਲ ਸਮਝਦੇ ਹਨ ਕਿ ਰੱਬੀ ਰਹਿਬਰਾਂ ਨੇ, ਰੱਬੀ ਪਿਆਰਿਆਂ ਨੇ ਸਾਨੂੰ ਸੰਸਾਰੀ ਜੀਵਾਂ ਨੂੰ ਜੀਵਨ ਮਸਲੇ ਬਾਰੇ ਸਮਝਾਉਣ ਲਈ, ਜੀਵਨ ਮਕਸਦ ਦੀ ਅਹਿਮ ਤੇ ਮਹੱਤਵਪੂਰਨ ਗੱਲ ਤੋਂ ਜਾਣੂ ਕਰਵਾਉਣ ਲਈ ਉਹਨਾਂ ਦ੍ਰਿਸ਼ਟਾਂਤਿਆਂ ਨੂੰ ਆਧਾਰ ਬਣਾਇਆ ਹੈ। ਸਾਨੂੰ ਉਹਨਾਂ ਗੱਲਾਂ ਦਾ ਹਵਾਲਾ ਦੇ ਸਮਝਾਇਆ ਜਿਨ੍ਹਾਂ ਨੂੰ ਹਰ ਇੱਕ ਸੰਸਾਰੀ ਜੀਵ ਸੰਸਾਰਕ ਜੀਵਨ ਵਿੱਚ ਆਪਣੀਆਂ ਅੱਖਾਂ ਨਾਲ ਵੇਖ ਕੇ ਜਾਂ ਆਪਣੇ ਆਲੇ ਦੁਆਲੇ ਸੁਣਦੀਆਂ ਗੱਲਾਂ ਦੁਆਰਾ ਸਮਝ ਕੇ, ਜਾਣ ਕੇ ਕਿਸੇ ਨਾ ਕਿਸੇ ਰੂਪ 'ਚ ਹੰਡਾਉਂਦਾ ਹੈ, ਕਿਉਂਕਿ ਉਹ ਜਾਣਦੇ ਸਨ ਕਿ ਮਟੀਰੀਅਲ ਰੂਪ ਜਗਤ ਪਸਾਰੇ ਵਿੱਚ ਆ ਕੇ ਇਨਸਾਨ ਦੀ ਸੋਚ ਨਿੱਜ 'ਚੋਂ ਉੱਠਦੇ ਨਿੱਜੀ ਇਲਹਾਮ ਨਾਲੋਂ ਵਧੇਰੇ ਅੱਖਾਂ ਨਾਲ ਨਜ਼ਰੀ ਪੈਂਦੇ ਮਟੀਰੀਅਲ ਰੂਪ ਪਸਾਰੇ ਨਾਲ ਜੁੜ ਕੇ ਚੱਲਣ ਲੱਗ ਗਈ ਹੈ। ਇਸ ਲਈ ਉਹਨਾਂ ਸਾਨੂੰ ਜੀਵਾਂ ਨੂੰ ਸਮਝਾਉਣ ਵਾਸਤੇ ਹਰ ਗੱਲ ਵਿੱਚ ਹਵਾਲਾ ਸੰਸਾਰੀ ਵਸਤਾਂ ਦਾ, ਸੰਸਾਰੀ ਜੀਵਨ ਦੀਆਂ ਸੰਸਾਰਕ ਵਿਵਹਾਰਕ ਰੂਪ ਰੀਤਾਂ ਰਸਮਾਂ ਦਾ, ਅੱਖਾਂ ਨਾਲ ਨਜ਼ਰੀ ਪੈਂਦੇ ਕੁਦਰਤ ਰੂਪ ਪਸਾਰੇ ਦਾ ਦਿੱਤਾ ਹੈ, ਤਾਂ ਜੋ ਅਸੀਂ ਸਹਿਲੇ ਹੀ ਰਮਜੀ ਗੁਫ਼ਤਗੂ ਦੀ ਸਮਝ ਰੂਪ ਹਕੀਕਤ ਨੂੰ ਪਕੜ ਲਈਏ। ਸਾਹਿਬ ਪਿਆਰਿਆਂ ਵੱਲੋਂ ਰੱਬੀ ਇਲਹਾਮ 'ਚ ਆਪਾ ਘੜ ਚੁੱਕੇ ਰੱਬੀ ਪਿਆਰਿਆਂ ਵੱਲੋਂ ਰੂਹਾਨੀਅਤ ਰੂਹਦਾਰੀ ਦੀ ਗੱਲ ਕਰਨ ਲਈ ਵਰਤੇ ਨੁਸਖੇ ਨੂੰ ਹੀ ਅੱਜ ਅਸੀਂ ਵੀ ਆਪਣੇ ਸੁਗੜ ਵਿਚਾਰ ਵਿੱਚ ਆਧਾਰ ਬਣਾ ਮਾਲਕ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੀ ਦਿੱਤੀ ਸਮਝ ਸੂਝ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹਾਂ। ਅਸੀਂ ਸਭ ਨੇ ਗੁਰੂ ਗੁਰਬਾਣੀ ਵਿੱਚ ਜੀਵ ਨੂੰ ਸੰਬੋਧਿਤ ਕਰ ਅਨੇਕਾਂ ਵਾਰ ਬਿਰਖ ਰੁੱਖੜਾ ਆਦਿ ਸ਼ਬਦ ਦੀ ਵਰਤੋਂ ਹੁੰਦੀ ਸੁਣੀ ਹੈ। ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਕਿ ਨਦੀ ਕਿਨਾਰੇ ਰੁੱਖੜਾ ਵੇ ਸਾਹੋ ਨਾ ਕੀਐ। ਭਗਤ ਫਰੀਦ ਜੀ ਫਰਮਾਨ ਕਰਦੇ ਹਨ ਕਿ ਕੰਧੀ ਉੱਤੇ ਰੁੱਖੜਾ ਕਿਚਰਕ ਬੰਨੈ ਧੀਰ। ਅਜਿਹੇ ਹੋਰ ਵੀ ਅਨੇਕਾਂ ਫਰਮਾਨ ਹਨ ਜੋ ਸਾਡੇ ਜੀਵਾਂ ਦੀ ਤੁਲਨਾ ਬਿਰਖ ਵਰਗੇ ਸ਼ਬਦਾਂ ਨਾਲ ਕਰਦੇ ਹਨ। ਹੁਣ ਜੇ ਧੁਰ ਦਾ ਇਲਹਾਮ, ਧੁਰ ਦੀ ਬਾਣੀ ਭਾਵ ਕਿ ਗੁਰੂ ਗੁਰਬਾਣੀ ਸਾਨੂੰ ਬਿਰਖ ਨਾਲ, ਰੁੱਖ ਨਾਲ ਜੋੜ ਕੇ ਸੰਬੋਧਿਤ ਕਰਦੀ ਹੈ, ਤਾਂ ਸੁਭਾਵਿਕ ਜਿਹੀ ਗੱਲ ਹੈ ਕਿ ਸਾਡੀ ਜੀਵਨ ਰੂਪ ਵਾਸਤਵਿਕਤਾ ਦਾ ਕੋਈ ਪੱਖ ਤਾਂ ਰੁੱਖ ਬੂਟਿਆਂ ਨਾਲ ਜੁੜਦਾ ਹੈ। ਤੇ ਅੱਜ ਐਸੇ ਹੀ ਪੱਖ ਨੂੰ ਜ਼ਿਹਨ 'ਚ ਰੱਖ ਕੁਝ ਸਤਰਾਂ ਦੇ ਛੋਟੇ ਜਿਹੇ ਟੋਟੇ ਨਾਲ ਸ਼ੁਰੂ ਕਰਦੇ ਹਾਂ ਆਪਣੇ ਅੱਜ ਦੇ ਵਿਚਾਰ ਦਾ ਮੁੱਖ ਬੰਦ। ਅਸੀਂ ਆਪਣੇ ਘਰ ਲੱਗੀਆਂ ਰੁੱਖ ਫੁਲਵਾੜੀਆਂ 'ਚ ਅਕਸਰ ਇੱਕ ਗੱਲ ਵੇਖੀ ਹੋਵੇਗੀ ਕਿ ਫਲ ਦਿੰਦੇ ਹਰੇ ਭਰੇ ਰੁੱਖ ਬੂਟਿਆਂ ਦੀ ਫੁਲਵਾੜੀ 'ਚ ਜਦੋਂ ਕਿਸੇ ਕਾਰਨ ਕੋਈ ਰੁੱਖ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਤੋਂ ਫਲ ਪ੍ਰਾਪਤ ਕਰਨ ਦੀ ਉਮੀਦ ਲਗਭਗ ਮੁੱਕਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜਿਹੜਾ ਰੁੱਖ ਸੁੱਕ ਸੜ ਖਤਮ ਹੋਣ ਦੀ ਕਗਾਰ 'ਤੇ ਆ ਗਿਆ ਹੈ ਉਹ ਫਲ ਕਿਵੇਂ ਦੇ ਸਕਦਾ ਹੈ। ਫਲ ਦੇਣ ਲਈ ਰੁੱਖ ਦਾ ਹਰਾ ਭਰਾ ਹੋਣਾ ਜ਼ਰੂਰੀ ਹੈ। ਸੁੱਕਾ ਰੁੱਖ ਅੱਗ ਦੀ ਭੇਟ ਚੜ੍ਹ ਸੜ ਸਕਦਾ ਹੈ, ਕਿਸੇ ਤਰਖਾਣ ਦੇ ਹੱਥ ਚੜ੍ਹ ਉਸ ਦੀ ਮਨ ਭਾਉਂਦੀ ਵਸਤ ਦਾ ਮਟੀਰੀਅਲ ਰੂਪ ਲੈ ਸਕਦਾ ਹੈ, ਪਰ ਫਲ ਨਹੀਂ ਦੇ ਸਕਦਾ। ਜੇ ਵੇਖਿਆ ਜਾਵੇ ਤਾਂ ਫਲ ਰੂਪ ਮਿਠਾਸ ਵੰਡਣ ਲਈ ਜਿੱਥੇ ਰੁੱਖ ਦਾ ਹਰਾ ਭਰਾ ਹੋਣਾ ਅਤ ਜ਼ਰੂਰੀ ਹੈ, ਉੱਥੇ ਹੀ ਫਲ ਦੀ ਚਾਹਨਾ ਰੱਖ ਰਹੇ ਇਨਸਾਨ ਵੱਲੋਂ ਰੁੱਖ ਨੂੰ ਵਕਤ-ਵਕਤ ਤੇ ਖਾਦ ਖੁਰਾਕ ਮੁਹੱਈਆ ਕਰਨੀ ਵੀ ਜ਼ਰੂਰੀ ਹੈ। ਰੁੱਖ ਨੂੰ ਪਾਣੀ ਦੇਣਾ, ਗੋਡੀ ਕਰਨੀ, ਖਾਦ ਖੁਰਾਕ ਦੇਣੀ, ਉਸ ਦੀ ਦੇਖਭਾਲ ਤੇ ਤਵੱਜੋ ਦੇਣੀ ਫਲ ਦੀ ਚਾਹਨਾ ਰੱਖ ਰਹੇ ਇਨਸਾਨ ਦਾ ਫਰਜ਼ ਹੈ, ਕਿਉਂਕਿ ਫਲ ਪ੍ਰਾਪਤੀ ਲਈ ਇੰਨੀ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਸੋ ਬਾਹਰੀ ਫਲਦਾਰ ਬਿਰਖ ਬਾਬਤ ਹੋਈ ਇਸ ਤਮਾਮ ਗੱਲਬਾਤ ਤੋਂ ਅੱਗੇ ਜੇ ਗੱਲ ਕਰੀਏ ਆਪਣੀ ਭਾਵ ਕਿ ਇਸ ਕਾਇਆ ਰੂਪ ਬਿਰਖ ਦੀ, ਤਾਂ ਤਕਰੀਬਨ ਇਨਸਾਨ ਆਪਣੇ ਜੀਵਨ ਕਾਰਜਕਾਲ ਦੀ ਪੂਰਨ ਅਵਧੀ 'ਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕਾਰਨ ਹਜ਼ੂਰ ਮਿਲਾਪ ਦੀ ਚਾਹਤ ਜ਼ਰੂਰ ਕਰਦਾ ਹੈ। ਬੇਸ਼ੱਕ ਉਹ ਚਾਹਤ ਕਿਸੇ ਬਾਹਰੀ ਕਾਰਕ ਤੋਂ ਪ੍ਰਭਾਵਿਤ ਹੋ ਕੇ ਇੱਕ ਪਲ ਦੀ, ਇੱਕ ਘੜੀ ਦੀ ਹੋਵੇ, ਪਰ ਇਨਸਾਨ ਕਾਇਆ ਰੂਪ ਬਿਰਖ 'ਚੋਂ ਵਸਲ ਦਾ ਭਾਵ ਕਿ ਮੂਲ ਮਿਲਾਪ ਦਾ ਫਲ ਜ਼ਰੂਰ ਲੋਚਦਾ ਹੈ। ਪਰ ਵਸਲ ਦੇ ਫਲ ਲਈ ਸਦਗੁਣੀ ਰੂਪ ਬੂਰ ਪੈਣਾ ਜ਼ਰੂਰੀ ਹੈ। ਹੁਣ ਸਦਗੁਣੀ ਰੂਪ ਬੂਰ ਤਾਂ ਹੀ ਪਵੇਗਾ ਜੇ ਇਹ ਕਾਇਆ ਬਿਰਖ ਹਰਾ ਭਰਾ ਹੋਵੇਗਾ, ਤੇ ਕਾਇਆ ਰੂਪ ਬਿਰਖ ਤਾਂ ਹੀ ਹਰਾ ਭਰਾ ਹੋਵੇਗਾ ਜੇ ਇਸ ਨੂੰ ਨਾਮ ਸਿਮਰਨ ਬੰਦਗੀ ਇਬਾਦਤ ਰੂਪ ਖੁਰਾਕ ਪਾਣੀ ਮਿਲਿਆ ਹੋਵੇਗਾ।
ਜੇ ਕਾਇਆ ਰੂਪ ਬਿਰਖ ਨੂੰ ਅਸੀਂ ਨਾਮ ਸਿਮਰਨ ਬੰਦਗੀ ਇਬਾਦਤ ਰੂਪ ਖਾਦ ਖੁਰਾਕ ਨਹੀਂ ਪਾਈ, ਰੱਬੀ ਇਲਹਾਮ ਕਲਾਮ ਦਾ ਪਾਣੀ ਨਹੀਂ ਲਾਇਆ, ਤਾਂ ਜ਼ਾਹਰ ਜਹੀ ਗੱਲ ਹੈ ਕਿ ਅਵਗੁਣਾਂ ਦਾ, ਮੈਲੀ ਮੱਤ ਦਾ, ਗੈਰ ਪ੍ਰਭਾਵੀ ਬਿਰਤੀਆਂ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪ ਕੀੜਾ ਕਾਇਆ ਰੂਪ ਰੁੱਖ ਦੀਆਂ ਜੜ੍ਹਾਂ ਨੂੰ ਖਾ ਕੇ ਖੋਖਲਾ ਕਰ ਦੇਵੇਗਾ, ਜਿਸ ਕਰਕੇ ਵਿਕਾਰਾਂ ਦੀ ਵਿਕਾਰੀ ਤਪਸ਼ ਨਾਲ ਆਹਿਸਤਾ ਆਹਿਸਤਾ ਕਰ ਇਹ ਕਾਇਆ ਰੂਪ ਬਿਰਖ ਸੁੱਕ ਸੜ ਅੱਗ ਦੀ ਭੇਟ ਚੜ੍ਹ ਖਤਮ ਹੋ ਜਾਵੇਗਾ, ਤੇ ਨਾਲ ਹੀ ਸੜ ਸੁੱਕ ਖਤਮ ਹੋ ਜਾਵੇਗੀ ਵਸਲ ਦਾ ਫਲ ਪ੍ਰਾਪਤ ਕਰਨ ਦੀ ਉਹ ਚਾਹਨਾ ਜੋ ਕਾਇਆ ਰੂਪ ਬਿਰਖ ਦੀ ਟਾਹਣੀ ਤੇ ਬੈਠੇ ਆਤਮ ਰੂਪ ਪੰਖੀ ਨੇ ਲਗਾਈ ਸੀ। ਸੋ ਅਖੀਰ ਇਸ ਕਾਇਆ ਰੂਪ ਬਿਰਖ ਤੋਂ ਵਸਲ ਦਾ ਫਲ ਪ੍ਰਾਪਤ ਕਰਨ ਲਈ ਇਸ ਬਿਰਖ ਨੂੰ ਮੂਲ ਮਾਲਕ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਨਾਮ ਸਿਮਰਨ ਬੰਦਗੀ ਇਬਾਦਤ ਦਾ ਖੁਰਾਕ ਪਾਣੀ ਦੇ ਇਸ ਨੂੰ ਹਰਾ ਭਰਾ ਰੱਖੀਏ ਤੇ ਕੋਸ਼ਿਸ਼ ਕਰੀਏ ਇਸ ਕਾਇਆ ਰੂਪ ਬਿਰਖ ਦੇ ਵਕਤੀ ਉਮਰ ਭੋਗ ਸੁੱਕਣ ਤੋਂ ਪਹਿਲਾਂ ਇਸ ਤੋਂ ਵਸਲ ਦਾ ਫਲ ਖੱਟ ਲਈਏ, ਕਿਉਂਕਿ ਕਾਇਆ ਰੂਪ ਬਿਰਖ ਹੀ ਇੱਕ ਇਕਲੌਤਾ ਐਸਾ ਬਿਰਖ ਹੈ ਜਿਸ ਨੂੰ ਵਸਲ ਦਾ ਫਲ ਲੱਗਦਾ ਹੈ ਤੇ ਜਿਸ ਤੋਂ ਅਸੀਂ ਵਸਲ ਦੇ ਫਲ ਦਾ ਸੁਆਦ ਚੱਖਣ ਦਾ ਸਬੱਬ ਖੱਟ ਸਕਦੇ ਹਾਂ। ਇਸ ਲਈ ਇਸ ਕਾਇਆ ਰੂਪ ਬਿਰਖ ਦੀ ਪੂਰਨ ਹਿਫਾਜ਼ਤ ਕਰੀਏ ਤਾਂ ਜੋ ਵਸਲ ਦਾ ਫਲ ਪ੍ਰਾਪਤ ਕਰਨ ਦਾ ਮੌਕਾ ਅਜਾਈ ਨਾ ਜਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।